ਅੰਮ੍ਰਿਤ ਨਾਹੀ, ਦੂਜਾ ਅੰਮ੍ਰਿਤ ਨਾਹੀ। ਨਾਨਕ ਅੰਮ੍ਰਿਤ ਏਕ ਹੈ, ਨਾਨਕ ਅੰਮ੍ਰਿਤ ਏਕ ਹੈ। ਜਿਨ ਵਡਿਆਈ ਤੇਰੇ ਨਾਮ ਕੀ, ਤੇਰਤ ਮਨ ਮਾਹੀ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀ। ਨਾਨਕ ਅੰਮ੍ਰਿਤ ਮਨ ਮਾਹੀ, ਪਾਇਆ ਗੁਰ ਪ੍ਰਸਾਦ। ਪੀਤਾ ਰੰਗ ਸਿਓ, ਜਿਨ ਕੋ ਲਿਖਿਆ, ਜਿਨ ਕੋ ਲਿਖਿਆ। ਨਾਨਕ ਅੰਮ੍ਰਿਤ ਏਕ ਹੈ, ਨਾਨਕ ਅੰਮ੍ਰਿਤ, ਨਾਨਕ ਅੰਮ੍ਰਿਤ, ਨਾਨਕ ਅੰਮ੍ਰਿਤ ਏਕ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਰਾਮ ਰਾਜੇ। ਹਰਨਾਖਸ ਦੋਸਤ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹੰਕਾਰ ਆਨੰਦ ਕਾ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਜਨ ਨਾਨਕ ਐਸਾ ਹਰ ਸੇਵਿਆ। ਸ਼ਲੋਕ ਮਹਲਾ ਪਹਿਲਾ। ਆਪੇ ਭਾਂਡੇ ਸਾਜਿਨ ਆਪੇ ਪੂਰਨ ਦੇ, ਇਕ ਨੀ ਦੁੱਧ ਸਮਾਈਐ ਇਕ ਚੁੱਲ੍ਹੇ ਰਹਿਣ ਚੜੇ। ਇਕ ਨੇ ਹਾਲੀ ਪੈ ਸਵਨ ਕੁਪਰ ਰਹਿਣ ਖੜੇ। ਤਿਨਾ ਸਵਾਰੇ ਨਾਨਕਾ, ਜਿਨ ਕੋ ਨਦਰ ਕਰੇ। ਮਹਲਾ ਦੂਜਾ। ਆਪੇ ਸਾਜੇ ਕਰਿਆ, ਜਾਈ ਭੇ ਰਖਿਆ। ਤਿਸ ਵੇ ਜੰਤੂ ਪਾਇ ਕੈ, ਦੇਖੇ ਤਪ ਤਪ। ਕਿਸਨੋ ਕਿਸਨੋ ਕਹੀਐ ਨਾਨਕਾ, ਸਭ ਕਿਛ ਆਪੇ ਆਪ। ਪੌੜੇ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿ ਨ ਜਾਏ। ਸੋ ਕਰਤਾ ਕਦਰ ਕਰੇ ਦੇ ਜੀਆ। ਰਿਜ਼ਕ ਸੰਭਾਏ ਸਾਈ ਕਾਰ ਕਮਾਵਣੀ, ਤੁਰ ਛੋਡੀ ਤਿੰਨੇ ਪਾਏ। ਨਾਨਕ ਕੀ ਬਾਹਰੀ, ਹੋਰ ਦੂਜੀ ਨਾਹੀ ਜਾਏ। ਸੋ ਕਰੇ ਜਿਤ ਸਹਿ ਰਜਾਏ, ਰਜਾਏ ਰਜਾਏ ਸ਼ੁੱਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਥੋੜੀ ਵੱਡੇ ਕਿਆਂ ਵਡਿਆਈਆਂ, ਕਿਸ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਏ। ਸਾਈ ਕਰ ਕਮਾਵਣੀ, ਤੁਰ ਛੋੜੀ ਤਨੈ ਪਾਏ। ਨਾਨਕ ਕੀ ਬਾਹਰੀ, ਹੋਰ ਦੂਜੀ ਨਾਹੀ ਜਾਏ। ਸੋ ਕਰੇ ਜਿਤ ਸਹਿ ਰਜਾਏ, ਸੋ ਕਰੇ ਜਿਤ ਸਹਿ ਰਜਾਏ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਤ। ਦਿਵਸ ਰਾਤ ਦੋਇ ਦਾਈ ਦਾਇਆ। ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ। ਬਾਚੈ ਧਰਮ ਅਦੂਰ, ਕਰਮੀ ਆਪੋ ਆਪਣੀ। ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ। ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਨ ਹੈ, ਪਰਤਖ ਗੁਰੂ ਨਿਸਤਾਰੇ। ਆਵਾ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਓ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਕਹਿ ਨਾਨਕ ਸਦਾ ਗਾਵੋ, ਇਹੋ ਸੱਚੀ ਬਾਣੀ। ਕਹਿ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਧਨਾਸਰੀ ਮਹੱਲਾ ਪੰਜਵਾ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਆਨੰਦ ਮੰਗਲ ਗੁਣ ਗਾਓ, ਸਹਿਜ ਧੁਨ ਨਿਹਚਲ ਰਾਜ ਕੁਮਾਰ। ਤੁਮ ਘਰ ਆਵਹੁ ਮੇਰੇ ਮੀਤ, ਤੁਮਰੇ ਦੁਖੀ ਹਰਿ ਆਪ ਨਿਵਾਰੇ। ਅਪਦਾ ਭਈ ਬਤੀਤ ਰਹਾਉ, ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ। ਨਾਸਨ ਭਾਜਨ ਥਾਕੇ, ਘਰ ਮੰਗਲ ਵਾਜਹਿ ਨਿਤ ਵਾਜੇ। ਆਪਨੇ ਖਸਮ ਨਿਵਾਜੇ, ਅਸਥਿਰ ਰਹੋ ਡੋਲੋ ਮਤ ਕਬਹੂ। ਗੁਰ ਕੈ ਬਚਨ ਆਧਾਰ, ਜੈ ਜੈਕਾਰ ਸਗਲ ਭੂਮੰਡਲ। ਮੁਖ ਊਜਲ ਦਰਬਾਰ, ਜਿਨ ਕੇ ਜੀ ਤਿਨੈ ਹੀ ਫੇਰੇ। ਆਪੇ ਭਇਆ ਸਹਾਈ, ਅਚਰਜ ਕੀਆਂ ਕਰਨੈ ਹਾਰੈ। ਨਾਨਕ ਸੱਚ ਵਡਿਆਈ, ਜਿਨ ਕੇ ਜੀ ਤਿਨੈ ਹੀ ਫੇਰੇ। ਆਪੇ ਭਇਆ ਸਹਾਈ, ਅਚਰਜ ਕੀਆਂ ਕਰਨੈ ਹਾਰੇ। ਨਾਨਕ ਸੱਚ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਗਰੀਬ ਨਿਵਾਜ, ਵਾਲੀ ਦੋ ਜਹਾਨ, ਚਵਰ ਛਤਰ ਤਖਤ ਦੇ ਮਾਲਕ। ਗੁਰਤਾ ਗੱਦੀ ਤੇ ਸੁਭਾਈਮਾਨ, ਜੁਗੋ ਜੁਗ ਅਟਲ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ।
ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਅਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ ਧਨਾਸਰੀ ਰਾਗ ਦੇ ਵਿੱਚ ਹੈ। ਮਹੱਲਾ ਪੰਜਵਾ। ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 678 ਤੇ ਸੁਸ਼ੋਭਿਤ ਹੈ। ਮਹਾਰਾਜ ਜੀ ਕੀ ਉਪਦੇਸ਼ ਦੇ ਰਹੇ ਨੇ, ਆਓ ਸਮਝੀਏ ਜੀ। ਜਿਨ ਤੁਮ ਭੇਜੇ ਤਿਨਹਿ ਬੁਲਾਏ। ਇਸ ਸੰਸਾਰ ਦੇ ਵਿੱਚ ਸਾਨੂੰ ਭੇਜਿਆ ਕਿਨੇ? ਹੁਣ ਜਦੋਂ ਆਪਾਂ ਗੁਰੂ ਤੋਂ ਪੁੱਛਦੇ ਹਾਂ, ਸਤਿਗੁਰੂ ਜੀ ਤਾਂ ਇਹ ਗੱਲ ਸਪਸ਼ਟ ਰੂਪ ਦੇ ਵਿੱਚ ਕਹਿੰਦੇ ਨੇ, ਭਾਈ ਇੱਥੇ ਭੇਜਣੇ ਵਾਲਾ ਉਹ ਆਪ ਹੈ। ਇਸ ਸੰਸਾਰ ਦੇ ਵਿੱਚ ਰੱਬ ਨੇ ਸਾਨੂੰ ਭੇਜਿਆ ਅਤੇ ਬੁਲਾਉਂਦਾ ਵੀ ਆਪ ਹੈ, ਜਿਹਨੂੰ ਆਪਾਂ ਜਨਮ ਅਤੇ ਮੌਤ ਆਖਦੇ ਹਾਂ। ਗੁਰੂ ਨੇ ਇਹਨੂੰ ਭੇਜਿਆ ਅਤੇ ਬੁਲਾਇਆ, ਇੰਝ ਕਹਿ ਦਿੱਤਾ। ਗਿਆ, ਆਇਆ, ਆਉਣਾ, ਜਾਣਾ, ਇਹ ਸ਼ਬਦ ਵਰਤੇ ਹੋਏ ਨੇ। ਇਹਦਾ ਮਤਲਬ ਵੀ ਜਨਮ ਤੋਂ ਪਹਿਲੋਂ ਵੀ ਸਾਡੀ ਹੋਂਦ ਸੀ ਅਤੇ ਮੌਤ ਤੋਂ ਬਾਅਦ ਵੀ ਸਾਡੀ ਹੋਂਦ ਹੈ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਛੇਤੀ ਘਰ ਆਓ। ਸੋ ਇਹ ਗੱਲ ਜਿਹੜਾ ਚਿੱਤ ਵਿੱਚ ਰੱਖਦਾ ਵੀ ਉਹਦਾ ਬੁਲਾਵਾ ਆਉਣਾ, ਅਤੇ ਦੂਸਰੀ ਗੱਲ ਵੀ ਸਾਨੂੰ ਭੇਜਿਆ ਅਕਾਲ ਪੁਰਖ ਨੇ ਹੈ। ਜਦੋਂ ਇਹ ਗੱਲ ਅਸੀਂ ਪੱਕੀ ਕਰ ਲਈ ਆਪਣੀ ਜੇਨ ਦੇ ਵਿੱਚ ਵੀ ਸਾਨੂੰ ਰੱਬ ਨੇ ਭੇਜਿਆ, ਅਤੇ ਦੂਸਰਾ ਇੱਕ ਸਵਾਲ ਖੜਾ ਹੋ ਜਾਵੇਗਾ ਵੀ ਕਾਹਦੇ ਵਾਸਤੇ ਭੇਜਿਆ। ਇਹ ਸਵਾਲ ਆਟੋਮੈਟਿਕਲੀ ਆਪਣੇ ਆਪ ਦੇ ਵਿੱਚ ਹੋਵੇਗਾ, ਕਾਹਦੇ ਵਾਸਤੇ ਭੇਜਿਆ। ਫਿਰ ਸਾਨੂੰ ਬਾਣੀ ਸਾਡਾ ਮਾਰਗਦਰਸ਼ਨ ਕਰੇਗੀ। ਆਇਓ ਸੁਣ ਪੜ੍ਹਨ ਕਉ ਬਾਣੀ, ਲੱਗ ਗਿਆ ਪਤਾ। ਫਿਰ ਸਾਨੂੰ ਇਹ ਵੀ ਪਤਾ ਲੱਗ ਜਾਣਾ ਵੀ ਅਸੀਂ ਕਰਦੇ ਕੀ। ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਗੁਰਬਾਣੀ ਤਾਂ ਸਾਨੂੰ ਜਗ੍ਹਾ ਜਗ੍ਹਾ 'ਤੇ ਇਹ ਗੱਲ ਸਮਝਾਈ ਗਈ ਹੈ, ਕਾਹਦੇ ਵਾਸਤੇ ਹੈ। ਇਸ ਪੌੜੀ 'ਤੇ ਜੋ ਨਰ ਚੁੱਕੇ, ਆਏ ਜਾਏ ਦੁੱਖ ਪਾਇੰਦਾ। ਹੁਣ ਜੇ ਅਸੀਂ ਚੁੱਕ ਗਏ, ਲਿਖੇ ਨਾ ਮੁੱਕੇ, ਉਹਦੇ ਘਰ ਵਿੱਚ ਕਬੂਲ ਨਾ ਪਏ, ਅਤੇ ਫਿਰ ਭਾਈ ਆਉਣ ਜਾਣ ਵਿੱਚ ਹੀ ਦੁੱਖ ਪਾਵਾਂਗੇ। ਕਦੀ ਜੰਮੇ, ਕਦੀ ਮਰੇ, ਕਦੀ ਮਰੇ, ਕਦੀ ਜੰਮੇ। ਇਹ ਗੱਲ ਜਦੋਂ ਪਤਾ ਲੱਗ ਗਈ ਨਾ ਵੀ ਅਸੀਂ ਆਏ ਅਤੇ ਕਾਹਦੇ ਵਾਸਤੇ ਉਹਨੇ ਭੇਜਿਆ, ਨਾਮ ਦਾ ਵਪਾਰ ਕਰਨ ਵਾਸਤੇ। ਵਣਜ ਕਰੋ ਵਣਜਾਰਿਓ, ਵੱਖਰ ਲਿਖੋ ਸਮਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੇ ਨਾਲ। ਹਰ ਕੇ ਨਾਮ ਕੇ ਵਿਆਪਾਰੀ, ਪਤਾ ਲੱਗ ਗਿਆ ਵਪਾਰੀ। ਹੁਣ ਉਹਦੇ ਬੁਲਾਵੇ ਦੀ ਵੀ ਉਡੀਕ ਹੈ, ਕਿਉਂਕਿ ਕਿਸੇ ਨੂੰ ਨਹੀਂ ਪਤਾ ਕਦੋਂ ਬੁਲਾਵਾ ਆ ਜਾਣਾ। ਭਾਵ ਮੌਤ ਚੇਤੇ ਰਹਿੰਦੀ ਹੈ ਵੀ ਛੇਤੀ ਤੋਂ ਛੇਤੀ ਕੰਮ ਨਿਬੇੜ ਲਓ, ਇਕੱਠਾ ਕਰ ਲਓ, ਜਿੰਨਾ ਕਰ ਸਕਦੇ ਇਕੱਠਾ ਕਰ ਲਓ। ਫਿਰ ਇਹ ਇਕੱਠਾ ਕਰਨਾ ਸ਼ੁਰੂ ਕਰਦਾ ਨਾਮ ਤਨ। ਫਿਰ ਇਹੋ ਨਾਮ ਤਨ ਇਕੱਠਾ ਕਿੱਦਾਂ ਕਰਦਾ। ਉਹ ਕਬੀਰ ਸਾਹਿਬ ਜੀ ਬੜੇ ਸੋਹਣੇ ਬਚਨ ਕਰਦੇ, ਕਹਿੰਦੇ ਲੂਟ ਨਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ। ਇੱਦਾਂ ਇਕੱਠਾ ਕਰਦਾ ਵੀ ਲੁੱਟ ਲਓ ਜਿੰਨਾ ਹੋ ਸਕੇ। ਨਾ ਦਿਨ ਵੇਖਦਾ ਨਾ ਰਾਤ ਵੇਖਦਾ। ਹੁਣ ਨਾਮ ਧਨ ਦੀ ਬਹੁਤਾਤ ਹੋ ਗਈ, ਉੱਧਰੋਂ ਬੁਲਾਵਾ ਆ ਗਿਆ।
ਜਦੋਂ ਬੁਲਾਵਾ ਆਇਆ, ਨਾਮ ਧਨ ਬਹੁਤ ਜ਼ਿਆਦੇ ਹੈ। ਨਾਮ ਧਨ ਇਹ ਤਾਂ ਰੱਜਿਆ ਨਹੀਂ, ਨਾ ਕੋਈ ਰੱਜਦਾ ਹੀ ਹੈ, ਪਰ ਹੈਗਾ ਬਹੁਤ। ਕੋਈ ਲੇਖਾ ਨਹੀਂ, ਜਮਾਂ ਦਾ ਕੋਈ ਤਿਰਸਕਾਰ ਨਹੀਂ, ਕੋਈ ਬੰਧਨ ਨਹੀਂ ਜਮਾਂ ਦੇ, ਗਲਾਂ 'ਚ ਸੰਗਲ ਨਹੀਂ। ਬੜੀ ਇੱਜ਼ਤ ਦੇ ਨਾਲ ਸਾਰੇ ਇਹਦੇ ਨਾਲ ਪੇਸ਼ ਆ ਰਹੇ ਨੇ। ਮਹਾਰਾਜ ਕਹਿੰਦੇ ਜਿਹੜਾ ਜਮ ਵੀ ਉਹ ਮਿਲੇ ਦੇ ਭੇਟ, ਉਹ ਵੀ ਬੜੇ ਆਦਬ ਸਤਿਕਾਰ ਦੇ ਨਾਲ ਪੇਸ਼ ਹੁੰਦਾ ਹੈ। ਫੇਰ ਕੀ ਹੈ, ਸੁਖ ਸਹਿਜ ਸੇਤੀ ਘਰ ਆਓ। ਬੜੇ ਸੁੱਖਾਂ ਦੇ ਨਾਲ, ਬੜੇ ਆਨੰਦ ਦੇ ਨਾਲ ਇਹ ਆਪਣੇ ਘਰ ਦੇ ਵਿੱਚ ਪਹੁੰਚ ਜਾਂਦਾ। ਘਰ ਇਹਦਾ ਕਿਹੜਾ ਸੱਚਖੰਡ, ਵੀ ਕੀ ਮੈਨੂੰ ਸੱਚਖੰਡ ਵਿੱਚ ਜਗ੍ਹਾ ਮਿਲੇਗੀ, ਇਹ ਜੀਂਦੇ ਜੀ ਪਤਾ ਲੱਗ ਜਾਂਦਾ ਹੈ। ਇਹ ਭਗਤ ਨੂੰ ਜੀਂਦੇ ਜੀ ਇਸ ਗੱਲ ਦਾ ਗਿਆਨ ਹੋ ਜਾਂਦਾ। ਕਿਉਂ? ਜਿੱਥੇ ਵਪਾਰ ਕਰਦਾ ਨਾ ਬਹਿ ਕੇ, ਉਹੀ ਉਹਦਾ ਘਰ ਹੈ। ਹਿਰਦੇ ਘਰ ਦੇ ਵਿੱਚ ਉੱਥੇ ਸੁੱਖ ਮਾਣਦਾ, ਆਨੰਦ ਮਾਣਦਾ। ਸੁੱਖ ਸਹਿਜ ਛੇਤੀ ਘਰ ਆਵੇ। ਮਨ ਜਿਹੜਾ ਹੁਣ ਬਾਹਰ ਨਹੀਂ ਦੌੜਦਾ, ਹਿਰਦੇ ਘਰ ਵਿੱਚ ਆਣ ਕੇ ਉੱਥੇ ਵਪਾਰ ਰੋਜ਼ ਕਰਦਾ, ਇਕੱਠਾ ਕਰੀ ਜਾਂਦਾ, ਕਰੀ ਜਾਂਦਾ। ਉੱਥੇ ਸੁੱਖ ਹੈ, ਆਨੰਦ ਹੈ, ਹਿਰਦੇ ਘਰ ਵਿੱਚ ਟਿਕਿਆ ਹੋਇਆ। ਮਨ ਤੇ ਚਿੱਤ ਦਾ ਮੇਲ, ਨਾਮ ਦਾ ਵਪਾਰ ਹੁੰਦਾ ਹੀ ਮਨ ਚਿੱਤ ਜਦੋਂ ਮੇਲ ਕਰਦੇ ਹੈ, ਉਦੋਂ ਨਾਮ ਦਾ ਵਪਾਰ ਸ਼ੁਰੂ ਹੁੰਦਾ। ਜੇ ਮਨ ਚਿੱਤ ਦਾ ਮੇਲ ਨਹੀਂ ਹੈ, ਫਿਰ ਨਾਮ ਦਾ ਵਪਾਰ ਨਹੀਂ ਹੋ ਸਕਦਾ। ਸੋ ਜਦੋਂ ਹਿਰਦੇ ਘਰ ਵਿੱਚ ਟਿਕਿਆ ਨਾਮ ਦਾ ਵਪਾਰ ਕਰਦਾ ਹੈ, ਲਿਵ ਲੱਗਦੀ ਹੈ, ਸੁਰਤ ਜੁੜਦੀ ਹੈ, ਇਹਦਾ ਮਤਲਬ ਦਰਗਾਹ ਦੇ ਵਿੱਚ ਇਹ ਕਬੂਲ ਹੈ, ਪ੍ਰਵਾਨ ਹੈ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨੇਹ ਚਲ ਰਾਜ ਕਮਾਓ। ਸੋ ਇਹ ਵੀ ਅੰਦਰਲੀ ਆਤਮਿਕ ਅਵਸਥਾ ਜਿਹੜੀ ਆ ਉਹਦਾ ਜ਼ਿਕਰ ਕਰ ਦਿੱਤਾ ਹੈ। ਜਦੋਂ ਹਿਰਦੇ ਘਰ ਵਿੱਚ ਟਿਕਦਾ ਨਾ, ਆਨੰਦ ਹੈ, ਮੰਗਲ ਹੈ, ਜਿੱਥੇ ਹਰ ਵਕਤ ਉਸ ਦੇ ਗੁਣ ਗਾਉਂਦਾ, ਸਹਿਜ ਵਿੱਚ ਹੈ, ਟਿਕਾ ਦੇ ਵਿੱਚ ਹੈ। ਸਹਿਜ ਧੁਨ, ਜੋ ਅਨਹਦ ਦੀ ਧੁਨ ਹੈ, ਉਸ ਨੂੰ ਸੁਣਦੀ ਹੈ। ਸਹਿਜ ਧੁਨ ਮਸਤੀ ਦੇ ਵਿੱਚ ਹੈ। ਸਹਿਜ ਧੁਨ, ਜੇ ਰੱਬ ਦੀ ਧੁਨ ਕਿਹੜੀ ਹੈ, ਜਿਹੜੀ ਰੱਬ ਦੀ ਧੁਨੀ ਉਹ ਕੀ ਹੈ? ਉਹਦਾ ਹੁਕਮ ਉਸ ਦੀ ਧੁਨੀ ਹੈ। ਉਹਦਾ ਜਿਹੜਾ ਹੁਕਮ ਹੈ ਨਾ ਚੱਲਦਾ, ਔਰ ਚਾਰੇ ਪਾਸੇ ਹੁਕਮ ਚੱਲਦਾ। ਸਹਿਜ ਧੁਨ, ਉਹਦੇ ਹੁਕਮ ਦੀ ਮਸਤੀ, ਉਹਦੇ ਹੁਕਮ ਦਾ ਆਨੰਦ, ਸਾਰੇ ਪਾਸੇ ਹੁਕਮ ਦੀ ਖੇਡ ਚੱਲ ਰਹੀ ਹੈ, ਇਹ ਅਨੁਭਵ ਹੋਣ ਲੱਗਦਾ। ਆਨੰਦ ਹੈ। ਮਹਾਰਾਜ ਕਹਿੰਦੇ ਨਿਹਚਲ ਰਾਜ ਕਮਾਓ। ਇਹਨੂੰ ਉਹ ਰਾਜ ਮਿਲਦਾ ਜਿਹੜਾ ਚਲਾਏਮਾਨ ਨਹੀਂ ਹੈ, ਦਰਗਾਹੀ ਰਾਜ। ਚਲਾਏਮਾਨ ਤੋਂ ਭਾਵ ਹੁਣ ਜੰਮਣਾ ਮਰਨਾ ਖਤਮ, ਆਪੇ ਨਹੀਂ ਚਲਾਏਮਾਨ। ਜਿੰਨਾ ਚਿਰ ਜੰਮਦਾ ਮਰਦਾ ਜੰਮਦਾ, ਉੱਥੇ ਨਿਸ਼ਚਲ ਰਾਜ ਥੋੜ੍ਹੀ ਹੈ। ਭਾਵੇਂ ਦੁਨੀਆ ਦਾ ਬਾਦਸ਼ਾਹ ਬਣ ਜਾਵੇ, ਨਿਸ਼ਚਲ ਰਾਜ ਨਹੀਂ ਹੈ। ਨਿਸ਼ਚਲ ਰਾਜ ਉਹ ਹੁੰਦਾ ਜਦੋਂ ਇਸ ਦਾ ਜੰਮਣਾ ਮਰਨਾ ਖਤਮ ਹੋ ਜਾਂਦਾ, ਉਹ ਨਿਸ਼ਚਲ ਰਾਜ। ਨਿਸ਼ਚਲ ਰਾਜ ਕਮਾਓ। ਭਾਈ ਜੇ ਕਮਾਉਣਾ ਹੀ ਆ ਤਾਂ ਨਿਸ਼ਚਲ ਰਾਜ ਕਮਾਓ। ਦੁਨਿਆਵੀ ਰਾਜ ਨੂੰ ਕਮਾ ਕੇ ਕੀ ਕਰਨਾ? ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਚਾ। ਸੋ ਇਹੋ ਜਿਹੇ ਰਾਜ ਨੂੰ ਕੀ ਕਰਨਾ? ਨਿਸ਼ਚਲ ਰਾਜ ਚਾਹੀਦਾ ਹੈ। ਸੋ ਨਿਸ਼ਚਲ ਰਾਜ ਜਿਹੜਾ ਕਮਾਈ ਦੇ ਨਾਲ ਪ੍ਰਾਪਤ ਹੁੰਦਾ, ਕਮਾਈ ਕਰਨੀ ਪੈਂਦੀ ਹੈ। ਕਮਾਈ ਕਿਹੜੀ? ਨਾਮ ਧਨ ਦੀ। ਜਿੰਨਾ ਵੱਧ ਤੋਂ ਵੱਧ ਨਾਮ ਦਾ ਖਜ਼ਾਨਾ ਤੂੰ ਜੋੜ ਲਵੇਂਗਾ, ਓਡਾ ਵੱਡਾ ਤੇਰਾ ਨਿਸ਼ਚਲ ਰਾਜ ਹੋਵੇਗਾ। ਕਿਸੇ ਰਾਜੇ ਦੀ ਜਿਹੜੀ ਸਮਰੱਥਾ, ਉਹਦੀ ਤਾਕਤ ਜਿਹੜੀ ਆ, ਮੇਨ ਤਾਕਤ ਉਸ ਦਾ ਖਜ਼ਾਨਾ ਹੁੰਦਾ। ਮੇਨ ਤਾਕਤ, ਜਿੱਡਾ ਵੱਡਾ ਖਜ਼ਾਨਾ ਓਡਾ ਵੱਡਾ ਰਾਜਾ। ਹੁਣ ਜਿੱਡਾ ਜ਼ਿਆਦਾ ਨਾਮ ਧਨ ਹੈ, ਉਨਾ ਹੀ ਵੱਡਾ ਇਹਦਾ ਨਿਸ਼ਚਲ ਰਾਜ ਹੋ ਗਿਆ। ਭਾਈ ਨਿਸ਼ਚਲ ਰਾਜ ਹੈ। ਜਿਉਂਦੇ ਜੀ ਕੀ ਨਿਸ਼ਾਨੀ ਹੈ? ਮਨ ਕਦੀ ਡੋਲਦਾ ਹੀ ਨਹੀਂ ਹੈ, ਕਦੀ ਵੀ ਨਹੀਂ ਡੋਲਦਾ। ਆਰਿਆਂ ਥੱਲੇ ਨਹੀਂ ਡੋਲਿਆ,
ਚਰਖੜੀਆਂ ਤੇ ਚੜ੍ਹ ਕੇ ਨਹੀਂ ਡੋਲਿਆ, ਤੱਤੀਆਂ ਤਵੀਆਂ ਤੇ ਨਹੀਂ ਡੋਲਿਆ, ਨੀਆਂ 'ਚ ਚਿਣੇ ਤਦ ਨਹੀਂ ਡੋਲਿਆ, ਨਹੀਂ ਡੋਲਦਾ। ਗੱਲ ਅਸੀਂ ਨਿਹਚਲ ਰਾਜ ਦੀ ਕਰਦੇ ਹਾਂ। ਸਾਡੀ ਜੋ ਅਵਸਥਾ, ਗੱਲਾਂ ਅਸੀਂ ਨਿਹਚਲ ਰਾਜ ਦੀਆਂ ਕਰਾਂਗੇ ਤੇ ਡੋਲਦੇ ਅਸੀਂ ਮਾੜੀ ਮਾੜੀ ਗੱਲ ਤੇ ਆ। ਮਾਇਆ ਸਾਨੂੰ ਛਲਦੀ ਹੈ, ਧੋਖਾ ਹੁੰਦਾ ਸਾਡੇ ਨਾਲ, ਕਿਤੇ ਕਦੀ ਦੁੱਖ ਵੀ ਡਲਾਉਂਦਾ, ਸੁੱਖ ਵੀ ਡਲਾਉਂਦਾ, ਸਾਨੂੰ ਲਾਭ ਵੀ ਡਲਾਉਂਦਾ ਹੈ, ਹਾਨੀ ਵੀ ਡਲਾਉਂਦੀ ਹੈ, ਮਾਣ ਵੀ ਡਲਾਉਂਦਾ, ਅਪਮਾਨ ਵੀ ਡਲਾਉਂਦਾ। ਤੇ ਗੱਲਾਂ ਨਿਹਚਲ ਰਾਜ ਦੀਆਂ। ਉਹ ਨਿਹਚਲ ਰਾਜ ਵਿੱਚ ਤਾਂ ਮਨ ਬਿਲਕੁਲ ਸਮੇਰ ਪਰਬਤ ਵਾਂਗ ਹੋ ਜਾਂਦਾ। ਇਹ ਨਹੀਂ ਡੋਲਦਾ, ਇਹ ਨਹੀਂ ਡੋਲਦਾ। ਇਹ ਨਿਸ਼ਾਨੀਆਂ ਨੇ ਇੱਥੇ ਹੀ, ਜਿਨ੍ਹਾਂ ਦੇ ਮਨ ਨਿਸ਼ਚਲ ਹੋ ਜਾਂਦੇ ਨੇ, ਸਮਝ ਲਓ ਉਹਨਾਂ ਨੇ ਕਮਾਈ ਕਰ ਲਈ ਨਿਹਚਲ ਰਾਜ ਦੀ, ਦਰਗਾਹੀ ਰਾਜ ਪ੍ਰਾਪਤ ਹੋ ਗਿਆ। ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੁਖੀ ਹਾਰੇ ਆਪ ਨਿਵਾਰੇ, ਅਪਦਾ ਭਈ ਬਤੀਤ। ਹੇ ਮੇਰੇ ਮਿੱਤਰ, ਗੁਰੂ ਸਿੱਖ ਨੂੰ ਮਿੱਤਰ ਕਰਕੇ ਸੰਬੋਧਨ ਕਰਦਾ, ਆਪਣੇ ਘਰ ਵਿੱਚ ਆ। ਤੁਮ ਘਰ ਆਵੋ ਮੇਰੇ ਮੀਤ, ਮੇਰੇ ਮਿੱਤਰ ਆਪਣੇ ਘਰ ਵਿੱਚ ਆ ਜਾ। ਜਿਹੜੇ ਤੇਰੇ ਦੋਖੀ ਨੇ, ਤੁਮਰੇ ਦੋਖੀ ਹਰ ਆਪ ਨਿਵਾਰੇ, ਉਹ ਆਪ ਦੂਰ ਕਰੇਗਾ। ਅਪਦਾ ਭਈ ਬਤੀਤ, ਤੂੰ ਮਾਨਤਾ ਬਣਾ ਕਿ ਮੈਂ ਤੇਰੇ ਕੋਲ ਆਉਣਾ। ਹੁਣ ਤੇਰੀ ਅਪਦਾ, ਮਾੜਾ ਸਮਾਂ ਬਤੀਤ, ਮਾੜਾ ਸਮਾਂ ਨੂੰ ਕੱਢ ਦੇਣਾ ਆਵੇ। ਮਾੜਾ ਸਮਾਂ ਨਿਕਲਦਾ ਨਹੀਂ, ਉਹ ਬਤੀਤ ਕਰ ਦਿੰਦਾ, ਕੱਢ ਦਿੰਦਾ ਹੈ। ਸੋ ਸਾਡੇ ਦੋਖੀ ਕੌਣ ਨੇ? ਦੋਖੀ ਜਿਹੜੇ ਦੁੱਖ ਦੇ ਰਹੇ ਨੇ। ਦੁੱਖ ਦੇਣ ਤੋਂ ਭਾਵ ਬੰਦਗੀ ਨਹੀਂ ਕਰਨ ਦਿੰਦੇ। ਜਿਹੜੀ ਬੰਦਗੀ, ਜਿੱਦਾਂ ਵਿਕਾਰ ਨੇ ਨਾ, ਸਭ ਤੋਂ ਵੱਡੇ ਦੋਖੀ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਬੰਦਗੀ ਨਹੀਂ ਕਰਨ ਦਿੰਦੇ। ਸੋ ਇਹਨਾਂ ਨੂੰ ਉਹ ਆਪ ਹੀ ਦੂਰ ਕਰਦਾ ਹੈ। ਸਾਡੇ 'ਚ ਇੰਨੀ ਤਾਕਤ ਨਹੀਂ ਹੈ ਕਿ ਅਸੀਂ ਇਹਨਾਂ ਦੁਸ਼ਟਾਂ ਨੂੰ ਦੂਰ ਕਰ ਦਈਏ। ਇਨੀ ਤਾਂ ਮਨ ਨੂੰ ਘੇਰਾ ਪਾਇਆ ਹੋਇਆ, ਮਨ ਪੰਜਾਂ ਦੇ ਵਸ ਵਿੱਚ ਹੈ। ਨਿਕਲ ਕੇ ਦਿਖਾਲੇ ਕਿੱਧਰ ਨੂੰ ਨਿਕਲਦਾ ਮਨ, ਉਹ ਆਪ ਹੀ ਦੂਰ ਕਰਦਾ ਤੇ ਦੂਰ ਹੁੰਦੇ ਨੇ। ਪਰ ਤੂੰ ਸੋ ਇਹ ਦ੍ਰਿੜ ਨਿਸ਼ਚਾ ਕਰ, ਮੈਂ ਆਪਣੇ ਘਰ ਵਿੱਚ ਜਾਣਾ। ਬਸ ਤੁਮ ਘਰ ਆਵੋ ਮੇਰੇ ਮੀਤ। ਸਨੇਹਾ ਆਵਾਜ਼ ਆਈ ਹੈ ਕਿੱਥੋਂ? ਮੂਲ ਤੋਂ, ਚਿੱਤ ਤੋਂ। ਕਿਹਨੂੰ? ਮਨ ਨੂੰ। ਮੇਰੇ ਮਿੱਤਰ ਆ ਜਾ, ਵਾਪਸ ਆ ਜਾ, ਘਰ ਆ ਜਾ। ਕਿਉਂਕਿ ਇਹ ਜਿਹੜਾ ਮਨ ਹੈ, ਚਿੱਤ ਦਾ ਹੀ ਹਿੱਸਾ ਹੈ। ਮਨ ਵੀ ਜੋਤ ਹੈ, ਚਿੱਤ ਵੀ ਜੋਤ ਹੈ। ਜਦੋਂ ਇਹਨਾਂ ਨੇ ਇਕੱਠਿਆ ਹੋਣਾ, ਫਿਰ ਪੂਰਨ ਜੋਤ ਹੋਣੀ ਹੈ, ਫਿਰ ਖਾਲਸ ਹੈ। ਜਿੰਨਾ ਚਿਕਰ ਮਨ ਆਪਣੀ ਜੋਤ ਨੂੰ ਨਹੀਂ ਪਹਿਚਾਣਦਾ ਜੋ ਉਹ ਹੈ, ਉਨਾ ਚਿਕਰ ਇਹ ਮੂਲ ਵੱਲ ਨੂੰ ਨਹੀਂ ਹੁੰਦਾ ਹੈ। ਘਰ ਜਾਣ ਦਾ ਖਿਆਲ ਨਹੀਂ ਪੈਦਾ ਹੁੰਦਾ ਹੈ। ਘਰ ਜਾਣ ਦਾ ਖਿਆਲ ਨਹੀਂ ਪੈਦਾ ਹੁੰਦਾ। ਜਗੇ ਹੋਏ ਹੁੰਦੇ ਨੇ ਮਨ, ਗੁਰੂ ਨੂੰ ਵੀ ਯਾਦ ਕਰਦੇ ਹੈ, ਪਰ ਕਾਹਦੇ ਵਾਸਤੇ? ਗੁਰੂ ਕੋਲੋਂ ਕੰਮ ਲੈਣਾ, ਕੰਮ ਲੈਣਾ ਗੁਰੂ ਕੋਲੋਂ, ਵੀ ਕਾਰੋਬਾਰ ਸਹੀ ਕਰਦੇ, ਬਿਮਾਰੀ ਦੂਰ ਕਰਦੇ, ਬੱਚਿਆਂ ਦੀ ਪੜ੍ਹਾਈ ਵਧੀਆ ਹੋ ਜਾਵੇ। ਸੋ ਇੱਦਾਂ ਦੇ ਸਾਰੇ ਕੰਮ। ਫਿਰ ਜਗਿਆ ਹੋਇਆ ਮਨ ਵੀ ਲੈਣਾ ਗੁਰੂ ਤੋਂ ਹੀ ਹੈ। ਇੰਨਾ ਪਤਾ ਹੈ ਵੀ ਗੁਰੂ ਕੁਝ ਮੰਗੀਏ ਫਿਰ ਮਿਲ ਜਾਂਦਾ ਹੈ। ਪਰ ਜਦੋਂ ਇਹਦੀ ਸੋਚ ਬਦਲਦੀ ਹੈ ਵੀ ਨਹੀਂ, ਵੀ ਆਪਣੇ ਘਰ ਵੱਲ ਨੂੰ ਜਾਣਾ, ਆਪਣੇ ਹਿਰਦੇ ਘਰ ਵਿੱਚ ਪ੍ਰਵੇਸ਼ ਕਰਨਾ ਜ਼ਰੂਰੀ ਹੈ, ਤੇ ਫਿਰ ਅਗਲਾ ਇਹਦਾ ਕਦਮ ਪੁੱਟਿਆ ਜਾਂਦਾ। ਜਦੋਂ ਇਹ ਅੰਦਰ ਭਾਵਨਾ ਬਣਦੀ ਵੀ ਘਰ ਜਾਣਾ ਆਪਣੇ, ਫਿਰ ਜਿੰਨੀ ਕਮਾਈ ਕਰਦਾ ਘਰ ਜਾਣ ਵਾਸਤੇ ਕਰਦਾ, ਸਾਰੀ ਕਮਾਈ ਘਰ ਜਾਣ ਵਾਸਤੇ ਕਰਦਾ। ਫਿਰ ਉਸ ਵੇਲਾ ਕਹਿੰਦੇ ਨੇ, ਕਹਿੰਦੇ ਇਹ ਦੋਖੀ ਜਿਹੜੇ ਨੇ ਵਿਕਾਰ ਇਹ ਖਿੱਚਦੇ ਨੇ, ਕਹਿੰਦੇ ਰਹਿਣ ਦੇ। ਉਹ ਖਿੱਚਦੇ ਨੇ, ਫਿਰ ਉਹ ਆਪ ਨਿਵਾਰੇ ਵੀ ਹੁਣ ਮਸੀਂ ਤਾਂ ਉਹ ਮੰਨਿਆ, ਉਹ ਘਰ ਆਉਣ ਦੀਆਂ ਗੱਲਾਂ ਕਰਦਾ, ਤੁਸੀਂ ਹੁਣ ਇਹਨੂੰ ਖਰਾਬ ਨਾ ਕਰੋ, ਆਪ ਨਿਵਾਰੇ। ਫਿਰ ਅਪਦਾ ਭਈ ਬਤੀਤ, ਜਦੋਂ ਘਰ ਆ ਗਿਆ, ਜਿੰਨਾ ਮਾੜਾ ਸਮਾਂ ਸੀ ਸਾਰਾ ਹੀ ਖਤਮ ਹੋ ਗਿਆ।
ਜਦੋਂ ਆਪਾਂ ਕਿਸੇ ਸੁੱਖ ਨੂੰ ਪ੍ਰਾਪਤ ਕਰ ਲੈਂਦੇ ਹਾਂ, ਆਪਣੇ ਗੋਲ ਨੂੰ ਜਦੋਂ ਪਹੁੰਚ ਜਾਂਦੇ ਹਾਂ, ਮਾੜਾ ਸਮਾਂ ਚੇਤੇ ਤਾਂ ਆਉਂਦਾ ਕਹਿਣਾ ਪਰ ਨਿਕਲ ਗਿਆ। ਗੁਰੂ ਰਾਮਦਾਸ ਜੀ ਮਹਾਰਾਜ ਜਦੋਂ ਗੁਰਤਾ ਗੱਦੀ 'ਤੇ ਬੈਠਦੇ ਹੈ ਅਤੇ ਫਿਰ ਜਿਹੜਾ ਆਪਦਾ ਵਾਲਾ ਜਿਹੜਾ ਸਮਾਂ ਸੀ ਨਾ, ਮਾੜਾ ਸਮਾਂ ਚੇਤੇ ਤਾਂ ਆਇਆ ਹੀ ਹੈ। ਤਦੇ ਹੀ ਕਹਿੰਦੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਮੈਂ ਤਾਂ ਕੀਰਾ ਕਿਰਮ ਸੀ, ਗੁਰੂ ਅਮਰਦਾਸ ਜੀ ਦੇ ਨਾਲ ਮੇਲ ਹੋਇਆ, ਇਹਨਾਂ ਨੇ ਮੈਨੂੰ ਥਾਪ ਦਿੱਤਾ। ਸਾਨੂੰ ਕੌਣ ਪੁੱਛਦਾ ਸੀ? ਉਹ ਸਮਾਂ ਬਤੀਤ ਹੋਇਆ ਵੀ ਯਾਦ ਵਿੱਚ ਆਉਂਦਾ, ਚੇਤੇ ਆਉਂਦਾ। ਵੱਡੀ ਤੋਂ ਵੱਡੀ ਬਿਪਤਾ ਜਿਹੜੀ ਹੈ ਉਹ ਲਗਾ ਦਿੰਦਾ, ਬਤੀਤ ਕਰ ਦਿੰਦਾ। ਨਹੀਂ ਤਾਂ ਬਿਪਤਾ ਲੰਘਦੀ ਹੀ ਨਹੀਂ ਹੈ, ਫਸ ਜਾਂਦਾ। ਬਿਪਤਾ ਦੇ ਵਿੱਚ ਸਾਰੇ ਫਸੇ ਹੋਏ ਹੁੰਦੇ ਨੇ, ਪਰ ਉਹ ਲਗਾ ਦਿੰਦਾ, ਬਿਪਤਾ 'ਚੋਂ ਬਾਹਰ ਕੱਢ ਦਿੰਦਾ, ਚਿੱਕੜ 'ਚੋਂ ਬਾਹਰ ਕੱਢ ਦਿੰਦਾ। ਔਖਾ ਮਾਰਗ ਹੈ, ਬਾਹਰ ਕੱਢ ਦਿੰਦਾ। ਪਰ ਜੇ ਸਾਡੇ ਮਨ ਦੇ ਵਿੱਚ ਇਹ ਹੋਵੇ ਮੈਂ ਆਪਣੇ ਘਰ ਵਿੱਚ ਜਾਣਾ ਰਾਹ, ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਨਾਸਨ ਭਜਨ ਥਾਕੇ। ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਫਿਰ ਉਹਨੂੰ ਪ੍ਰਗਟ ਕਰ ਦਿੰਦਾ ਜੀ, ਪ੍ਰਗਟ ਕਰ ਦਿੰਦਾ। ਕੀਤੇ ਨਹੀਂ ਪ੍ਰਗਟ, ਭਗਤ ਪ੍ਰਗਟ ਕਰ ਦਿੱਤੇ। ਉਹਨਾਂ ਨੇ ਕਿਹੜਾ ਕੋਈ, ਉਹਨਾਂ ਦੇ ਕਿਹੜਾ ਕੋਈ ਕਾਰੋਬਾਰ ਸੀਗੇ, ਜਾਂ ਕਿਸੇ ਮੁਲਕ ਦੇ ਰਾਜੇ ਸੀ, ਜਾਂ ਭਾਈ ਵਿਦਵਾਨ ਬੜੇ ਸੀਗੇ ਨਾ, ਸਿਰਫ ਆਪਣੇ ਘਰ ਵਿੱਚ ਆ ਗਏ। ਅਕਾਲ ਪੁਰਖ ਨੇ ਪ੍ਰਗਟ ਕਰ ਦਿੱਤੇ। ਅੱਜ ਤਾਈਂ ਪ੍ਰਗਟ ਹੈ। ਜਿਹਨੂੰ ਅਕਾਲ ਪੁਰਖ ਪ੍ਰਗਟ ਕਰਦਾ ਹੈ ਉਸ ਦੇ ਨਾਂ ਨੂੰ ਕੋਈ ਮਿੱਟੀ 'ਚ ਨਹੀਂ ਮਿਲ ਸਕਦਾ। ਮਿੱਟੀ 'ਚ ਮਿਲਣੇ ਵਾਲੇ ਜਿਹੜੇ ਹੁੰਦੇ ਨਾ ਵੀ ਇਹਨੂੰ ਮਿੱਟੀ 'ਚ ਮਿਲ ਦਿਓ, ਉਹ ਖੁਦ ਮਿੱਟੀ 'ਚ ਮਿਲ ਗਏ। ਮਾਰਨੇ ਵਾਲੇ ਖੁਦ ਮਰਦੇ ਨੇ, ਮਿੱਟੀ 'ਚ ਮਿਲਣੇ ਵਾਲੇ ਖੁਦ ਮਿੱਟੀ 'ਚ ਮਿਲਦੇ ਨੇ, ਮਿੱਟੀ ਹੋ ਜਾਂਦੇ ਨੇ। ਪਰ ਭਗਤ ਪ੍ਰਗਟ ਹੁੰਦਾ ਹੈ। ਪ੍ਰਗਟ ਕੀਨੇ ਪ੍ਰਭ ਕਰਨਾ ਹਾਰੇ, ਨਾਸਨ ਭਜਨ ਥਾਕੇ। ਨੱਸਣਾ ਭੱਜਣਾ ਥੱਕ ਗਿਆ, ਲੋੜ ਹੀ ਨਹੀਂ, ਦੌੜ ਭਜਾਈ ਨਹੀਂ। ਹੁਣ ਆਪਣੇ ਘਰ ਵਿੱਚ ਬੈਠਾ, ਹਿਰਦੇ ਘਰ ਵਿੱਚ ਬੈਠਾ, ਹਿਰਦੇ ਘਰ ਵਿੱਚ ਆਰਾਮ ਹੈ। ਉੱਥੇ ਦੌੜ ਭੱਜ ਖਤਮ ਹੋ ਗਈ। ਹੁਣ ਸਾਰਾ ਕੁਝ ਉੱਥੇ ਹੈ, ਸਾਰਾ ਕੁਝ। ਬਲਕਿ ਕਰਨੇ ਹਾਰ, ਉਹਨੂੰ ਕਰਨੇ ਹਾਰ ਬਣਾ ਦਿੱਤਾ ਭਗਤ ਨੂੰ। ਸਭ ਕੁਛ ਉਹਦੇ ਹੱਥ ਵਿੱਚ ਦੇ ਦਿੱਤਾ, ਖਜ਼ਾਨੇ ਦੀ ਚਾਬੀ ਦੇ ਦਿੱਤੀ। ਕਹਿੰਦੇ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਨਾਸਨ ਭਜਨ ਥਾਕੇ। ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਨੇ ਇਹ ਜਿਹੜੀ ਬੁਝਾਰਤ ਪਾਈ ਹੋਈ ਨਾ ਸਾਰੇ ਸੰਸਾਰ ਦੀ, ਬੁਝਾਰਤ ਹੀ ਹੈ ਸਾਰੀ, ਇਹਦੇ ਵਿੱਚ ਜੀਵ ਉਲਝ ਗਏ ਨੇ ਸਾਰੇ। ਇਸ ਬੁਝਾਰਤ ਨੂੰ ਉਹ ਪ੍ਰਗਟ ਕਰ ਦਿੰਦਾ ਵੀ ਆਹ ਖੇਡ ਹੈ। ਉੱਥੇ ਜਦੋਂ ਪ੍ਰਗਟ ਹੋ ਗਈ ਖੇਡ, ਫਿਰ ਇਹ ਕਹਿੰਦਾ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਵਿਨੋਦ ਸੁਤ ਹੈ। ਫਿਰ ਕਹਿੰਦਾ ਕੁਟੰਬ ਤੂੰ ਜੇ ਦੇਖਦੇ, ਇਹ ਜਿਹੜਾ ਕੁਟੰਬ ਹੈ, ਇਹ ਸਾਰਾ ਇਹ ਜਿਹੜਾ ਕੁਟੰਬ ਹੈ, ਇਹ ਤਾਂ ਪੂਰਬਲੇ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਇਹ ਵੀ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ ਰੂਪ ਨਦਰੀ ਹੈ। ਸੰਸਾਰ ਦਾ ਅਸਲ ਰੂਪ ਵੀ ਪ੍ਰਗਟ ਕਰਦਾ, ਸੰਬੰਧੀਆਂ ਦਾ ਰੂਪ ਪ੍ਰਗਟ ਕਰਦਾ, ਸੰਬੰਧੀਆਂ ਦਾ ਰਿਸ਼ਤਾ ਪ੍ਰਗਟ ਕਰਦਾ। ਕਿਹੜੀ ਚੀਜ਼ ਹੈ ਜਿਹੜੀ ਪ੍ਰਗਟ ਨਹੀਂ ਭਗਤ ਦੇ ਸਾਹਮਣੇ ਹੁੰਦੀ? ਹਰ ਇੱਕ ਚੀਜ਼, ਹਰ ਇੱਕ ਵਸਤੂ ਪ੍ਰਗਟ ਹੋ ਜਾਂਦੀ। ਇਹਨੂੰ ਆਪਣਾ ਜੀਵਨ ਪ੍ਰਗਟ ਹੋ ਜਾਂਦਾ, ਆਪਣਾ ਪ੍ਰਯੋਜਨ ਪ੍ਰਗਟ ਹੋ ਜਾਂਦਾ। ਮੈਂ ਕੀ ਕਰਨਾ, ਪ੍ਰਗਟ ਹੋ ਜਾਂਦਾ। ਇਸ ਕਰਕੇ ਉਹ ਆਪਣੇ ਕੰਮ ਦੇ ਜਿਹੜਾ ਕੰਮ ਕਰਨ ਆਏ ਹੋਏ ਨੇ ਨਾ, ਤੇ ਉਹ 'ਚ ਲੱਗੇ ਰਹਿੰਦੇ ਨੇ। ਕੋਈ ਭਲਾ ਕਹੇ ਭਾਵੇਂ ਬੁਰਾ ਕਹੇ, ਕਿਉਂਕਿ ਉਹਨੂੰ ਆਪਣਾ ਰਾਹ ਦਿਸਦਾ। ਉਹਨੂੰ ਕੋਈ ਜਿਹੜਾ ਮਰਜ਼ੀ ਕਹੀ ਜਾਵੇ ਵੀ ਗਲਤ ਰਸਤਾ ਹੈ, ਇੱਧਰ ਨੂੰ ਨਹੀਂ, ਸੱਜੇ ਮੁੜ ਜਾ ਖੱਬੇ ਮੁੜ ਜਾ, ਉਹਨੂੰ ਸਾਹਮਣੇ ਦਿਸਦਾ। ਨੱਸਣਾ ਭੱਜਣਾ ਥੱਕ ਗਿਆ। ਜਿਹੜੇ ਸੰਸਾਰ ਦੇ ਲੋਕ ਨੇ ਟੱਕਰਾਂ ਮਾਰ ਮਾਰ ਕੇ ਵੇਖਦੇ ਨੇ, ਕਰਕੇ ਵੇਖ ਲੈਂਦੇ ਕਹਿਣਾ, ਉਹਨਾਂ ਦਾ ਇੱਦਾਂ ਦਾ ਹੁੰਦਾ। ਸਹੀ ਹੈ ਜਾਂ ਗਲਤ ਹੈ ਕਰਕੇ ਪਤਾ ਲੱਗ ਜੂ। ਅਤੇ ਉੱਥੇ ਹੁੰਦਾ ਕੀ ਹੈ, ਕਿੰਨਾ ਚਿਰ ਤਾਂ ਗਲਤ ਨੂੰ ਹੀ ਸਹੀ ਮੰਨਦਾ ਰਹਿੰਦਾ, ਜਦੋਂ ਆਖਰੀ ਟਾਈਮ ਆ ਜਾਂਦਾ। ਆਖਰੀ ਟਾਈਮ 'ਤੇ ਪਤਾ ਲੱਗਦਾ ਨਾ, ਜਦੋਂ ਜਿਸ ਨੂੰ ਮੈਂ ਸਹੀ ਮੰਨਦਾ ਸੀ ਉਹ ਤਾਂ ਗਲਤ ਸੀ। ਬੜਾ ਪਛਤਾਉਂਦਾ, ਬੜਾ ਹੀ ਪਛਤਾਉਂਦਾ, ਬਣਿਆ ਕੀ ਮੇਰੇ ਨਾਲ।
ਪਰ ਜਦੋਂ ਇਹ ਆਪਣੇ ਘਰ ਵਿੱਚ ਆਣ ਕੇ ਟਿਕਦਾ ਹੈ ਨਾ, ਫਿਰ ਸਭ ਕੁਝ ਪ੍ਰਗਟ ਹੁੰਦਾ। ਫਿਰ ਕਿਸੇ ਨੂੰ ਪੁੱਛਣ ਦੀ ਵੀ ਲੋੜ ਨਹੀਂ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਜਿਹਨੂੰ ਰਾਹ ਦਾ ਪਤਾ ਕਿਸੇ ਨੂੰ ਕਿਉਂ ਪੁੱਛੂਗਾ, ਉਹ ਸਿੱਧਾ ਹੀ ਆਪਣੇ ਰਾਹ 'ਤੇ ਤੁਰਿਆ ਜਾਂਦਾ। ਜਿਹਨੂੰ ਜਿਹੜਾ ਅਣਜਾਣ ਹੈ ਉਹਨੂੰ ਪਤਾ। ਉਹ ਇਹ ਮਹਰਮ ਮਹਿਲ ਨਾ ਕੋਟ ਅਕਾਵੈ, ਭੇਤੀ ਹੁੰਦੇ ਨੇ ਰਾਸਤਿਆਂ ਦੇ। ਜਿਹੜਾ ਮਹਿਲ ਦਾ ਭੇਤੀ, ਉਹ ਰਾਸਤੇ ਦਾ ਵੀ ਭੇਤੀ ਹੁੰਦਾ। ਇਸ ਕਰਕੇ ਆਉਣਾ ਜਿਹੜਾ ਉਹਨਾਂ ਨੂੰ ਕੋਈ ਸੁਪਾਈ ਔਖਾ ਨਹੀਂ ਹੈ। ਲਿਵ ਦਾ ਲੱਗਣਾ ਪਰਲੋਕ ਦੇ ਵਿੱਚ, ਜਦੋਂ ਲਿਵ ਲੱਗਦੀ ਹੈ ਦਰਗਾਹ ਦੇ ਵਿੱਚ, ਸੱਚਖੰਡ ਦੇ ਵਿੱਚ, ਜਦੋਂ ਲਿਵ ਉਥਾਨ ਹੁੰਦੀ ਹੈ ਸੰਸਾਰ ਦੇ ਵਿੱਚ। ਹੁਣ ਉਹ ਛਿਨ ਮਾਤਰ ਦਰਗਾਹ 'ਚ ਹੁੰਦਾ ਅਤੇ ਛਿਨ ਮਾਤਰ 'ਚ ਹੀ ਉਹ ਸੰਸਾਰ ਦੇ ਵਿੱਚ ਹੁੰਦਾ। ਆਉਣ ਜਾਣ ਦੇ ਭੇਤੀ ਹੋ ਗਿਆ, ਥੱਕਦੇ ਨਹੀਂ ਹੈ। ਥੱਕਣਾ ਕਾਹਦੇ ਵਾਸਤੇ ਹੈ ਭਾਈ? ਹਲਕੇ ਫੁਲਕੇ ਹੁੰਦੇ ਨੇ, ਹਲਕੇ, ਬਿਲਕੁਲ ਹਲਕੇ ਹੁੰਦੇ ਨੇ। ਕੋਈ ਲੇਖਾ ਨਹੀਂ, ਲੇਖਿਆਂ ਦਾ ਹੀ ਭਾਰ ਆ। ਇਹ ਆਪਣੇ ਭਾਰ ਚੁੱਕਦੇ ਚੁੱਕਦੇ ਅਸੀਂ ਥੱਕ ਜਾਂਦੇ ਹਾਂ। ਨਾਸਨ ਭਾਜਨ ਥਾਕੇ, ਕਰ ਮੰਗਲ ਵਾਜੈ ਨਿਤ ਵਾਜੇ, ਆਪਣੇ ਖਸਮ ਨਿਵਾਜੇ। ਉਹਨਾਂ ਦੇ ਹਿਰਦੇ ਘਰ ਦੇ ਵਿੱਚ ਖੁਸ਼ੀਆਂ ਦੇ ਵਾਜੇ ਵੱਜਦੇ ਨੇ। ਹਰ ਵਕਤ ਮੰਗਲ ਹੈ, ਆਨੰਦ ਹੈ। ਉਹ ਕਿਉਂ? ਕਿਉਂਕਿ ਉਹਨਾਂ ਨੂੰ ਖਸਮ ਨੇ, ਮਾਲਕ ਨੇ ਨਵਾਜਿਆ ਹੁੰਦਾ। ਜਦੋਂ ਆਪਣਾ ਵਡਿਆਈ ਦਿੰਦਾ ਹੈ ਨਾ, ਬੜਾ ਮਨ ਖੁਸ਼ ਹੁੰਦਾ। ਜਦੋਂ ਪੁੱਤਰ ਨੂੰ ਬਾਪ ਵਡਿਆਈ ਦਿੰਦਾ, ਸ਼ਾਬਾਸ਼ੀ ਕਹਿੰਦਾ, ਤਾਂ ਬੜਾ ਖੁਸ਼ ਹੁੰਦਾ, ਬਹੁਤ ਮਨ ਪ੍ਰਸੰਨ ਹੋ ਜਾਂਦਾ ਹੈ। ਜਦੋਂ ਆਪਣਾ ਖਸਮ ਨਿਵਾਜਦਾ ਨਾ, ਫਿਰ ਨਾਲੇ ਖਸਮ ਤਾਂ ਸਾਰਿਆਂ ਦਾ ਖਸਮ ਹੈ। ਜਦੋਂ ਉਹਨੇ ਨਿਵਾਜ ਦਿੱਤਾ ਫਿਰ ਕਿਸੇ ਦਾ, ਫਿਰ ਥੋੜ੍ਹੀ ਕੋਈ ਈਰਖਾ ਵਖੀਲੀ ਕਿਸੇ ਦੀ ਚੱਲਦੀ ਹੈ। ਹਰ ਕੇ ਦਿੱਤੇ ਨਾਲ ਜਦੋਂ ਹਰੀ ਦੇ ਦਾਤ ਦਿੰਦਾ, ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ। ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਜ਼ੋਰ ਚੱਲ ਜਾਵੇ। ਜਦੋਂ ਉਹ ਨਿਵਾਜਦਾ ਤਾਂ ਕੋਈ ਢਾਹ ਨਹੀਂ ਸਕਦਾ। ਫਿਰ ਉਹਦੇ ਨਵਾਜਣ ਦੇ ਨਾਲ ਵੱਧਦਾ ਹੀ ਵੱਧਦਾ। ਉਹ ਖੁਸ਼ੀਆਂ, ਮੰਗਲ, ਅੰਦਰ ਆਨੰਦ ਹੀ ਆਨੰਦ ਬਣਦਾ। ਨਿਤ ਵਾਜੇ, ਉਹਦੇ ਅੰਤਰ ਆਤਮਾ ਜਿਹੜਾ ਉਹਦਾ ਸਿਸਟਮ ਹੈ, ਉੱਥੇ ਨਿਤ ਵਾਜੇ, ਖੁਸ਼ੀਆਂ ਦੇ ਵਾਜੇ ਵੱਜਦੇ ਨੇ। ਇਹ ਤਾਂ ਅਨਹਦ ਧੁਨੀ ਦਾ ਜਿਹੜਾ ਵਾਜਾ ਵੱਜਦਾ ਹੈ। ਅਤੇ ਦੂਸਰਾ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਹੁਕਮ ਦਾ ਵਾਜਾ ਵੱਜਦਾ ਭਾਈ। ਇਹ ਜਦੋਂ ਹੁਕਮ ਦੀ ਸਮਝ ਵਿੱਚ ਪੈ ਜਾਂਦੀ ਨਾ, ਰੱਬੀ ਹੁਕਮ ਦੀ ਸਮਝ ਪੈ ਜਾਂਦੀ ਹੈ। ਮਹਾਰਾਜ ਕਹਿੰਦੇ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਮਹਾਰਾਜ ਦਾ ਜਿਹੜਾ ਹੁਕਮ ਹੈ ਅਕਾਲ ਪੁਰਖ ਦਾ, ਉਹ ਕਿਤੇ ਕਿਸੇ ਦੇ ਕੰਨ 'ਚ ਥੋੜ੍ਹੀ ਦਿੰਦਾ, ਉਹ ਤਾਂ ਵਾਜੇ ਵਜਾ ਕੇ ਦਿੰਦਾ ਨਾ। ਉਹ ਤਾਂ ਵਾਜੇ ਵਜਾ ਕੇ ਦਿੰਦਾ। ਸਭਨਾਂ ਨੂੰ ਸੁਣੇ ਹੁਕਮ, ਪਰ ਸੁਣਨਾ ਉਹਨਾਂ ਨੂੰ ਜਿਨ੍ਹਾਂ ਦਾ ਧਿਆਨ ਉੱਧਰ ਹੈ। ਜਿਨ੍ਹਾਂ ਦਾ ਧਿਆਨ ਨਹੀਂ, ਉਹਨਾਂ ਨੂੰ ਸੁਣਦਾ ਕੀ ਹੁਕਮ ਹੋਇਆ। ਪਰ ਜਿਨ੍ਹਾਂ ਨੂੰ ਹੁਕਮ ਸੁਣਦਾ, ਉਹਨਾਂ ਨੂੰ ਰੱਬ ਦਾ ਭੇਦ ਆ ਜਾਂਦਾ। ਉਹ ਖੁਸ਼ੀਆਂ ਹੀ ਖੁਸ਼ੀਆਂ, ਉਹਨਾਂ ਨੂੰ ਹੀ ਖਸਮ ਨਿਵਾਜਦਾ। ਹੁਣ ਰਾਜਾ ਤਾਂ ਉਹਨੂੰ ਹੀ ਨਿਵਾਜੂਗਾ ਜਿਹਨੇ ਰਾਜੇ ਦਾ ਹੁਕਮ ਸੁਣਿਆ ਅਤੇ ਮੰਨਿਆ। ਉਹਨੂੰ ਸਨਮਾਨਿਤ ਵੀ ਕਰੇਗਾ ਰਾਜਾ। ਕਹੂਗਾ ਵੀ ਕਾਨੂੰਨ ਦੀ ਪਾਲਣਾ ਕੀਤੀ, ਉਹਨੂੰ ਸਨਮਾਨ ਵੀ ਮਿਲੇਗਾ। ਇਸੇ ਤਰ੍ਹਾਂ ਭਗਤਾਂ ਨੂੰ ਸਨਮਾਨਿਤ ਕੀਤਾ ਜਾਂਦਾ। ਹਰ ਦਰਗਹਿ ਪੈ ਨਾਈਐ, ਸਨਮਾਨ ਦੀਆਂ ਗੱਲਾਂ ਨੇ ਸਾਰੀਆਂ। ਆਸ ਥਿਰ ਰਹੋ ਡੋਲੋ ਮਤ ਕਬਹੂ, ਗੁਰ ਕੈ ਬਚਨ ਆਧਾਰ। ਮਹਾਰਾਜ ਕਹਿੰਦੇ ਭਾਈ ਕਦੀ ਆਪਣੇ ਆਪ ਨੂੰ ਡੁਲਾਓ ਨਾ, ਮਨ ਕਦੀ ਡੋਲਣਾ ਨਹੀਂ ਚਾਹੀਦਾ। ਮਨ ਕਿਹਨਾਂ ਦਾ ਨਹੀਂ ਡੋਲਦਾ? ਜਿਨ੍ਹਾਂ ਦੀ ਮੱਤ ਐਰਣ ਹੋ ਜਾਂਦੀ ਹੈ, ਐਰਣ ਮੱਤ, ਜਿਨ੍ਹਾਂ ਦੀ ਮੱਤ ਨਿਸ਼ਚਾ, ਜਿਨ੍ਹਾਂ ਦਾ ਨਿਸ਼ਚਾ ਸੋ ਉਹ ਦ੍ਰਿੜ ਹੋ ਜਾਂਦਾ, ਉਹਨਾਂ ਦਾ ਮਨ ਨਹੀਂ ਡੋਲਦਾ। ਤਦੇ ਮਹਾਰਾਜ ਕਹਿੰਦੇ ਨਿਸ਼ਚੇ ਵਿੱਚ ਜਿੱਤ ਹੈ। ਨਿਸ਼ਚੈ ਕਰ ਆਪਣੀ ਜੀਤ ਕਰੋ। ਜਿੱਤ ਨਿਸ਼ਚੇ ਵਿੱਚ ਹੀ ਹੁੰਦੀ ਹੈ। ਕੁਰਬਾਨੀ ਨਿਸ਼ਚੇ ਦੇ ਨਾਲ ਦਿੱਤੀ ਜਾਂਦੀ ਹੈ, ਸ਼ਹਾਦਤ ਨਿਸ਼ਚੇ ਨਾਲ ਦਿੱਤੀ ਜਾਂਦੀ ਹੈ। ਸੋ ਇੰਝ ਅਸਥਿਰ ਰਹੋ। ਹੁਣ ਮੱਤ ਕਦੋਂ ਅਡੋਲ ਹੁੰਦੀ ਹੈ? ਮੱਤ ਜਦੋਂ ਸੋ ਗੁਰੂ ਦੀ ਮੱਤ ਇਹਨੂੰ ਮਿਲਦੀ ਹੈ। ਆਪਣੀ ਮੱਤ ਛੱਡੀ, ਗੁਰੂ ਦੀ ਮੱਤ ਲੈ ਲਈ। ਮੱਤ ਉਹਦੇ ਵਿੱਚ
ਰਤਨ ਜਵਾਹਰਾਤ ਨੇ, ਸ਼ੁਭ ਗੁਣ ਸਾਰੇ ਉਹਦੇ ਵਿੱਚੋਂ ਨਿਕਲੇ, ਤੇ ਮਤ ਦ੍ਰਿੜ। ਫਿਰ ਮਨ ਅਡੋਲ ਹੋ ਜਾਂਦਾ। ਗੁਰ ਕੈ ਬਚਨ ਆਧਾਰ। ਗੁਰ ਕੈ ਬਚਨ ਕੀ? ਗੁਰਬਾਣੀ। ਗੁਰੂ ਦੇ ਬਚਨਾਂ ਨੂੰ ਆਧਾਰ ਬਣਾ ਲਿਆ। ਹੁਣ ਮਤ ਨੇ ਗੁਰੂ ਦੇ ਬਚਨਾਂ ਨੂੰ ਆਧਾਰ, ਸੋਮਾ ਉਸਦਾ ਮੁੱਢ ਮਤ ਦਾ। ਹੁਣ ਮੇਰੀ ਮਤ ਥੋੜ੍ਹੀ ਰਾਮ ਛੱਡਤੀ, ਇਹ ਕੀ ਕਰਨੀ ਹੈ? ਗੁਰੂ ਦੀ ਮਤ ਜਿਹੜੀ ਆ ਗੈਰ ਗੰਭੀਰ ਹੈ, ਉਹ ਲਵੋ। ਮੇਰੀ ਮਤ ਥੋੜ੍ਹੀ ਸੀ, ਮੈਂ ਛੱਡ ਦਿੱਤੀ, ਕੀ ਲੈਣਾ ਉਹਦੇ ਵਿੱਚੋਂ? ਬਸ ਫਿਰ ਇਹ ਸਥਿਰ ਹੋ ਜਾਂਦਾ। ਜਿਸ ਨੇ ਗੁਰਬਾਣੀ ਨੂੰ ਆਧਾਰ ਬਣਾ ਲਿਆ ਉਹ ਨਹੀਂ ਡੋਲਦਾ, ਸਥਿਰ ਹੋ ਜਾਂਦਾ ਹੈ। ਜੈ ਜੈਕਾਰ ਸਗਲ ਭੂ ਮੰਡਲ, ਮੁਖ ਉਜਲ ਦਰਬਾਰ। ਭੂ ਮੰਡਲ ਸਮੁੱਚੀ ਧਰਤੀ ਦੇ ਉੱਤੇ, ਭੂ ਮੰਡਲ ਧਰਤੀ ਦਾ ਜਿੰਨਾ ਮੰਡਲ ਹੈ, ਧਰਤੀ ਦਾ ਜਿੰਨਾ ਦਾਇਰਾ ਆ, ਸਾਰੇ। ਜੈ ਜੈਕਾਰ ਸਗਲ ਭੂ ਮੰਡਲ। ਫਿਰ ਜਿੰਨੀਆਂ ਵੀ ਧਰਤੀਆਂ ਨੇ, ਸਗਲ ਭੂ ਮੰਡਲ। ਇੰਜ ਇਹ ਸਾਰੀ ਸ੍ਰਿਸ਼ਟੀ ਦੀ ਗੱਲ ਹੈ। ਸਗਲ ਭੂ ਮੰਡਲ, ਜਿੱਥੇ ਜਿੱਥੇ ਵੀ ਉਸਨੇ ਰਚਨਾ ਰਚੀ ਹੋਈ ਹੈ, ਸਾਰੀ ਧਰਤੀ ਦੇ ਉੱਤੇ ਕਹਿੰਦੇ ਜੈ ਜੈਕਾਰ ਹੁੰਦੀ ਹੈ। ਮੁਖ ਉਜਲ ਦਰਬਾਰ। ਜਦੋਂ ਇਹ ਦਰਗਾਹ 'ਚ ਜਾਂਦਾ ਉੱਥੇ ਮੂੰਹ ਉਜਲਾ ਹੁੰਦਾ ਹੈ। ਉਜਲੇ ਮੂੰਹ ਵਾਲਿਆਂ ਦਾ ਕਦੀ ਲੇਖਾ ਹੀ ਨਹੀਂ ਹੁੰਦਾ। ਜੇ ਦਾਗ ਹੈ ਨਾ, ਉਹਨਾਂ ਦਾ ਲੇਖਾ ਜ਼ਰੂਰ ਹੁੰਦਾ ਹੈ। ਜੇ ਦਾਗ ਹੈ ਫਿਰ ਲੇਖੇ ਹੁੰਦੇ ਨੇ ਵੀ ਇਹ ਗਾਲ ਦਾਗ ਕਾਹਦਾ, ਵੀ ਚੈੱਕ ਕਰੋ ਕਹਿਣਾ। ਫਿਰ ਤਾਂ ਉਹੀਓ ਜਾਣਦੇ ਨੇ ਵੀ ਹਾਂ ਵੀ ਹੁਣ ਇਹ ਦਾਗ ਇੱਥੇ ਲਾਉਣਾ, ਜਾਂ ਦਾਗ ਲਾਉਣ ਵਾਸਤੇ ਦੁਬਾਰਾ ਇਸ ਨੂੰ ਧਰਤੀ 'ਤੇ ਆਉਣਾ ਪੈਣਾ। ਇਹ ਤਾਂ ਫਿਰ ਬਾਅਦ ਵਿੱਚ ਪਤਾ ਲੱਗਦਾ। ਇਸ ਕਰਕੇ ਰੱਬ ਦੇ ਪਿਆਰੇ ਇੱਥੋਂ ਹੀ ਮੂੰਹ ਉਜਲਾ ਲੈ ਕੇ ਜਾਂਦੇ ਨੇ। ਮੁਖ ਉਜਲ ਦਰਬਾਰ। ਸੋ ਇੱਥੇ ਜੈ ਜੈਕਾਰ, ਦਰਗਾਹ ਦੇ ਵਿੱਚ ਮੂੰਹ ਉਜਲਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿਨ ਕੇ ਜੀ ਤਿਨ ਹੀ ਫਿਰੇ, ਆਪੇ ਭਇਆ ਸਹਾਈ। ਇਹ ਜੀ ਜੰਤ ਸਭ ਤੁਧ ਪਾਏ, ਉਸਦੇ ਹੀ ਪੈਦਾ ਕੀਤੇ ਹੋਏ ਨੇ ਜਿਤਨੇ ਜੀਆ ਜੰਤ ਨੇ। ਤਿਨਾ ਹੀ ਫੇਰੇ, ਫਿਰ ਮੋੜਦਾ ਵੀ ਆਪ ਹੀ ਆ। ਜਿਹਨੇ ਇਹ ਗੱਲ ਸਮਝ ਲਈ, ਜਿਹਨੇ ਇਹ ਗੱਲ ਜਾਣ ਲਈ ਪਿਆ ਜੀ ਜੰਤ ਸਾਰੇ ਤੇਰੇ ਪੈਦਾ ਕੀਤੇ ਹੋਏ ਨੇ, ਤੇ ਉਹਨਾਂ ਦੇ ਮਨ ਆਪ ਹੀ ਫਿਰ ਮੁੜਦੇ ਨੇ ਰੱਬ ਵਾਲੇ ਪਾਸੇ ਨੂੰ, ਬੰਦਗੀ ਵਾਲੇ ਪਾਸੇ ਮੁੜਦੇ ਨੇ। ਆਪੇ ਭਇਆ ਸਹਾਈ। ਹੁਣ ਜਦੋਂ ਇਹ ਬੰਦਗੀ ਵਾਲੇ ਪਾਸੇ ਮੁੜਦਾ, ਰੁਕਾਵਟਾਂ ਬੜੀਆਂ ਨੇ। ਜਦੋਂ ਇਹ ਮਨ ਹਿਰਦੇ ਘਰ ਵੱਲ ਨੂੰ ਮੁੜਦਾ, ਇਹ ਪੰਜ ਜਿਹੜੇ ਚੋਰ ਨੇ, ਦੂਤ ਨੇ, ਇਹ ਰੁਕਾਵਟਾਂ ਪਾਉਂਦੇ ਨੇ। ਹੁਣ ਇਹਨਾਂ ਰੁਕਾਵਟਾਂ ਨੂੰ ਦੂਰ ਕਰਨਾ ਆਪ ਹੀ ਸਹਾਇਤਾ ਕਰਦਾ। ਇਹ ਪੰਜਾਂ ਨੂੰ ਆਪ ਹੀ ਦੂਰ ਕਰਦਾ। ਜਿੰਨਾ ਚਿਰ ਪੰਜ ਦੂਰ ਨਹੀਂ ਹੁੰਦੇ ਆਪਣੇ ਘਰ ਨਹੀਂ ਆ ਸਕਦਾ। ਅਜੇ ਮੁੜਨ ਦਾ ਸੋਚਦਾ ਹੀ ਆ ਵੀ ਮੁੜੀਏ, ਬੰਦਗੀ ਕਰਨੀ ਸ਼ੁਰੂ ਕਰੀਏ। ਜਦੋਂ ਕਹਿੰਦਾ ਪਾਠ ਕਰਨਾ ਸ਼ੁਰੂ ਕਰੀਏ, ਜੇ ਤਾਂ ਉਸੇ ਵਕਤ ਹੀ ਸ਼ੁਰੂ ਕਰ ਗਿਆ ਫਿਰ ਤਾਂ ਗੱਲ ਬਣ ਜਾਣੀ। ਜੇ ਕੱਲ੍ਹ 'ਤੇ ਲਿਆ ਗਿਆ ਗੱਲ, ਫਿਰ ਉਹਨੇ ਖਿੱਚ ਲੈਣਾ ਉਹਨਾਂ ਨੇ। ਇਹ ਤਾਂ ਪਲਾਨ ਚੇਂਜ ਹੋ ਗਿਆ, ਇਹ ਤਾਂ ਪੁੱਠੇ ਕੰਮ ਕਰਨ ਲੱਗ ਪਿਆ ਕਹਿਣਾ। ਇਹ ਪੰਜ ਦੇ ਪੰਜ ਇਕੱਠੇ ਹੀ ਪੈ ਜਾਂਦੇ ਆ, ਇਕੱਠੇ ਉਹਨੂੰ ਪੈ ਜਾਂਦੇ ਆ। ਪਰ ਜੇ ਉਸੇ ਵਕਤ ਹਿੰਮਤ ਕਰ ਲੈਂਦਾ, ਉਹ ਸਹਾਇਤਾ ਕਰਦਾ। ਫਿਰ ਉਹ ਸਹਾਇਤਾ ਕਰਦੇ, ਕਿਉਂਕਿ ਉਸ ਵੇਲੇ ਵਾਇਰਲ ਐਸਾ ਬਣਿਆ। ਉਹ ਚੰਗੀਆਂ ਤਾਕਤਾਂ ਸਿੱਧੇ ਆਲੇ ਦੁਆਲੇ ਹੁੰਦੀਆਂ, ਇਹਦੇ ਆਪਣੇ ਚੰਗੇ ਖਿਆਲਾਤ ਹੁੰਦੇ ਨੇ। ਪਾਠ ਕੀਤਾ ਜਾ ਸਕਦਾ ਉਸ ਵਕਤ ਗੁਰਮੰਤਰ ਜਪਿਆ ਜਾ ਸਕਦਾ, ਬੰਦਗੀ ਕੀਤੀ ਜਾ ਸਕਦੀ ਹੈ। ਜੇ ਦੇਰੀ ਲਾਤੀ, ਫਿਰ ਭਾਈ ਸਾਰੀਆਂ ਤਾਕਤਾਂ ਜਿਹੜੀਆਂ ਨਾ ਬੁਰੀਆਂ, ਉਹ ਇਕੱਠੀਆਂ ਹੋ ਕੇ ਇਹਨੂੰ ਖਿੱਚ ਲੈਂਦੀਆਂ, ਪਿੱਛੇ ਨੂੰ ਖਿੱਚ ਲੈਂਦੀਆਂ। ਮਹਾਰਾਜ ਕਹਿੰਦੇ ਨੈ ਬਿਲੰਬ ਧਰਮੰ ਬਿਲੰਬ ਪਾਪੰ। ਕਹਿੰਦੇ ਮਾੜੇ ਕੰਮ ਨੂੰ ਤਾਂ ਦੇਰੀ ਕਰ ਦਓ, ਚੰਗੇ ਕੰਮ ਵਾਸਤੇ ਦੇਰੀ ਨਾ ਕਹਿੰਦੇ ਕਰਿਆ ਕਰੋ। ਤੂੰ ਬਾਣੀ ਪੜ੍ਹਨ ਵਾਸਤੇ ਲੱਗ ਤਾਂ ਸਹੀ, ਹੋ ਤਾਂ ਸਹੀ ਸ਼ੁਰੂ, ਆਪ ਹੀ ਸਹਾਇਤਾ ਕਰੇਗਾ। ਜਦੋਂ ਆਪ ਖੜ੍ਹ ਜਾਂਦਾ ਨਾ, ਮਹਾਰਾਜ ਕਹਿੰਦੇ ਬਾਲ ਨਾ ਵਿੰਗਾ ਹੋਆ। ਕਰਤਾ ਪੁਰਖ ਜਦੋਂ ਖੜ੍ਹ ਜਾਂਦਾ, ਫਿਰ ਪੰਜ ਕੁਝ ਨਹੀਂ ਕਰ ਸਕਦੇ। ਅਚਰਜ ਕੀਆ ਕਰਨੈ ਹਾਰੈ, ਨਾਨਕ ਸੱਚ ਵਡਿਆਈ। ਇਹ ਖੁਦ ਹੈਰਾਨ ਹੁੰਦਾ। ਖੁਦ ਜਦੋਂ ਬੰਦਗੀ ਕਰਨ ਲੱਗ ਪੈਂਦਾ, ਪੰਜ ਬੇਬਸ ਹੋ ਜਾਂਦੇ ਨੇ, ਇਹਦੀ ਲਿਵ ਲੱਗਣੀ ਸ਼ੁਰੂ ਹੋ ਜਾਂਦੀ ਹੈ।
ਜਿਹੜੀ ਸੱਚੀ ਵਡਿਆਈ ਪ੍ਰਾਪਤ ਹੁੰਦੀ ਜਾਂ ਸੱਚੀ ਵਡਿਆਈ ਕੀਤੀ ਕਿੱਦਾਂ ਜਾਂਦੀ ਹੈ। ਵਡਿਆਈ ਤਾਂ ਪਹਿਲਾਂ ਵੀ ਕਰਦਾ ਸੀ ਰੱਬ ਦੀ, ਪਰ ਉਹ ਸੱਚੀ ਨਹੀਂ ਸੀ, ਹੈ ਨਾ। ਮਨ ਹੋਰ ਮੁਖ ਹੋਰ। ਸੱਚੀ ਵਡਿਆਈ ਹੁੰਦੀ ਹੈ ਜਦੋਂ ਫੁਰਨਾ ਖਤਮ, ਰੱਬ ਦੀ ਹੀ ਗੱਲ ਚੱਲਦੀ ਪਈ, ਉਹ ਸੱਚੀ ਵਡਿਆਈ। ਜੇ ਹੈ ਅੰਦਰ ਫੁਰਨਾ ਤਾਂ ਸਿਰਫ ਉਹਦੀ ਵੱਲ ਨੂੰ ਵਧਣ ਦਾ ਹੀ ਫੁਰਨਾ, ਹੋਰ ਕੋਈ ਫੁਰਨਾ ਨਹੀਂ। ਹੁਣ ਇਸ ਵਡਿਆਈ ਦੇ ਵਿੱਚ ਆਨੰਦ ਬੜਾ, ਇਸ ਵਡਿਆਈ 'ਚ ਆਨੰਦ ਬੜਾ। ਦੁਨੀਆ ਵਿੱਚ ਵੀ ਜੈ ਜੈਕਾਰ ਹੈ। ਕਿਸ ਭਗਤ ਦਾ ਪਰਿਵਾਰ, ਫਿਰ ਚਲੋ ਉਸ ਵੇਲੇ ਤਾਂ ਹਾਕਮਾਂ ਨੇ ਭਾਵੇਂ ਰੋਲਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਭਗਤਾਂ ਦੇ ਪਰਿਵਾਰਾਂ ਦੀ ਵੀ ਜੈ ਜੈਕਾਰ ਹੋਈ, ਕੁੱਲਾਂ ਦੀ ਵੀ ਜੈ ਜੈਕਾਰ ਹੋਈ ਹੈ। ਰਹਿੰਦੀ ਦੁਨੀਆ 'ਤੇ ਹੁੰਦੀ ਰਹਿਣੀ, ਭਗਤਾਂ ਦੀ ਤਾਂ ਹੋਣੀ ਹੋਣੀ ਹੈ। ਉਹ ਤਾਂ ਸੰਗੀਆਂ ਸਾਥੀਆਂ ਦੀ ਵੀ ਜੈ ਜੈਕਾਰ ਹੋਈ ਹੈ। ਅਚਰਜ ਹੋ ਗਿਆ, ਹੈਰਾਨ ਹੋ ਗਿਆ, ਹੈਰਾਨ ਹੋ ਗਿਆ ਵੀ ਕਰਤੇ ਪੁਰਖ ਨੇ, ਸੋ ਜੋ ਮੈਂ ਹੁਣ ਵਡਿਆਈ ਕਰਦਾ ਕਰਤੇ ਪੁਰਖ ਦੀ, ਇੱਦਾਂ ਪਹਿਲੋਂ ਕਦੀ ਹੋਈ ਨਹੀਂ। ਹੈਰਾਨਗੀ ਵਾਲੀ ਗੱਲ ਹੋ ਗਈ ਵੀ ਹੁਣ ਆਨੰਦ ਬੜਾ ਆਉਂਦਾ, ਪਹਿਲੋਂ ਮਨ ਟਿਕਦਾ ਨਹੀਂ ਸੀ, ਹੁਣ ਮਨ ਪੱਟ ਨਹੀਂ ਹੁੰਦਾ। ਹੈਰਾਨੀ ਵਾਲੀ ਗੱਲ ਹੀ ਹੈ। ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਉਪਦੇਸ਼ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾ ਬਣਾਈਆਂ। ਸ਼ਬਦੋ ਤਾਂ ਗਾਵੋ ਹਰੀ ਕੇ, ਰਾਵਾਂ ਨੇ ਜੇ ਨਹੀਂ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰ। ਸਭ ਸਵਾਰਣਾ, ਸਭਨਾ ਗੱਲਾਂ ਸਮਰਾ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਖਰ ਤੇਰੇ, ਕਰਤਾ ਤੇਰੇ ਸਭ ਕੁਛ ਹੈ ਜਿਸ ਤੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਖਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀਆਂ। ਪੰਚ ਦੂਤ ਦਵਸ ਕੀਤੇ, ਕਾਲ ਕੰਠਕ ਮਾਰਿਆ। ਤੁਰ ਕਰਮ ਪਾਇਆ ਤੁਰਜਨ ਕੋ ਸੇ, ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕੋ ਹੋਆ, ਤਿਤ ਕਰ ਅਨਹਦ ਵਾਜੇ। ਅਨ ਸੁਣੋ ਬਡਭਾਗਿਓ, ਸਗਲ ਮਨੋਰਥ ਪੂਰੇ। ਭਾਰ ਬ੍ਰਹਮ ਪ੍ਰਭਾਇਆ, ਉਤਰੇ ਸਗਲ ਬਿਸੂਰੇ। ਦੁਹਰੋ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਏ ਅਰਦਾਸ, ਜੀਓ ਪਿੰਡ ਸਾ ਤੇਰੀ ਆਸ। ਪਿਤਾ ਹਮ ਕਰਕ ਤੇਰੇ, ਤੁਮਰੀ ਕੀ ਤੁਮਰਾ ਅੰਤ ਉਚੇਤੇ। ਊਚਾ ਭਗਵੰਤ ਸਗਲ ਸਮ